ਇਹ ਦੇਖਣਾ ਚਾਹੀਦਾ ਸਬਸਿਡੀ ਜ਼ਿਆਦਾਤਰ ਸ਼ਾਇਦ ਲੋਕਾਂ ਨੂੰ ਇਹੀ ਲੱਗਦਾ ਵੀ ਲੋਕਾਂ ਨੂੰ ਮਿਲਦੀ ਹੈਗੀ, ਆਮ ਬੰਦੇ ਨੂੰ ਕਿਸੇ ਨੂੰ ਦਿੱਤੀ ਜਾਂਦੀ ਹੈ, ਪਰ ਐਵੇਂ ਨਹੀਂ ਹੈ। ਸਬਸਿਡੀ ਹੈ ਜਿਹੜੀ ਕੰਪਨੀਆਂ ਨੂੰ ਵੀ ਦਿੱਤੀ ਜਾਂਦੀ ਹੈਗੀ, ਕੋਈ ਫਰਮ ਹੈਗੀ ਉਹਨੂੰ ਵੀ ਦਿੱਤੀ ਜਾਂਦੀ ਹੈਗੀ, ਸਿਰਫ ਜਿਹੜੇ ਆਮ ਲੋਕ ਨੇ ਜਾਂ ਕੋਈ ਇੰਡੀਵਿਜੂਅਲ ਹੈ ਉਹਨੂੰ ਹੀ ਨਹੀਂ ਦਿੱਤੀ ਜਾਂਦੀ। ਬਦਲਾਅ ਹੋਏ ਨਾ ਹੋਏ, ਹਰ 2-3 ਸਾਲ ਬਾਅਦ ਰੌਲਾ ਪੈਂਦਾ। ਜਦੋਂ ਲੋਕ ਸਭਾ ਦੀ ਇਲੈਕਸ਼ਨ ਹੈ ਜਾਂ ਚਾਹੇ MLA ਦੀ ਇਲੈਕਸ਼ਨ ਹੈ, ਉਦੋਂ ਰੌਲਾ ਜ਼ਰੂਰ ਪੈਂਦਾ ਹੈ, ਕਿਉਂਕਿ ਵੋਟਾਂ ਵੇਲੇ ਕੁਛ ਨਾ ਕੁਛ ਵਧਾਉਣ ਘਟਾਉਣ ਦੀ ਕਰਕੇ ਸਰਕਾਰਾਂ ਨੇ ਜਿਹੜੀਆਂ ਵੋਟਾਂ ਲੈਣ ਦੀ ਕੋਸ਼ਿਸ਼ ਕਰਦੀਆਂ। ਹੁਣ ਹਾਲਾਂਕਿ ਸਰਕਾਰ ਇਹ ਸਾਰੀਆਂ ਚੀਜ਼ਾਂ ਵੱਧ ਰੇਟਾਂ 'ਤੇ ਪ੍ਰੋਕਿਓਰ ਕਰਦੀ ਹੈ ਕਿਸਾਨਾਂ ਤੋਂ MSP ਦੇ ਉੱਤੇ, ਪਰ ਸਰਕਾਰ ਅੱਗੇ ਚੱਲ ਕੇ ਇਹਨਾਂ ਨੂੰ 1 ਰੁਪਏ 2 ਰੁਪਏ 3 ਰੁਪਏ ਦੇ ਹਿਸਾਬ ਨਾਲ ਇਹ ਚੀਜ਼ਾਂ ਵੇਚਦੀ ਹੈਗੀ। ਤੁਹਾਨੂੰ ਲੱਗਦਾ ਹੈ ਕਿ ਸਬਸਿਡੀ ਦੇਣਾ ਲੋਕ ਹਿੱਤ ਦੇ ਵਿੱਚ ਹੈ, ਪਰ ਗਰਾਊਂਡ ਦੇ ਉੱਤੇ ਜਦੋਂ ਇੰਪਲੀਮੈਂਟ ਹੁੰਦੀ ਹੈ ਤਾਂ ਢੰਗ ਨਾਲ ਇੰਪਲੀਮੈਂਟ ਨਹੀਂ ਹੁੰਦੀ। ਕੀ ਇਹਦਾ ਕੋਈ ਫਾਇਦਾ ਹੈ ਸਬਸਿਡੀ ਦਾ? ਸਰਕਾਰ ਕੀ ਕਰੂਗੀ? ਉਹਨੂੰ ਕਹੂਗੀ 5% ਵਿਆਜ 'ਤੇ ਹੀ ਤੁਹਾਨੂੰ ਅਸੀਂ ਲੋਨ ਦੇਵਾਂਗੇ ਪੜ੍ਹਾਈ ਵਾਲਾ। ਹੁਣ ਉਹ 5% ਘਟਾਇਆ ਨਹੀਂ ਹੈ, ਬੈਂਕ ਨੂੰ 10% ਹੀ ਮਿਲੂਗਾ, ਪਰ ਬਾਕੀ 5% ਵਿਆਜ ਹੈ ਜਿਹੜਾ ਉਹ ਸਰਕਾਰ ਆਪਦੇ ਵੱਲੋਂ ਉਹਨੂੰ ਦੇਊਗੀ। ਇਹ ਜਿਹੜੀ ਸਬਸਿਡੀ ਹੈ ਇਹਦੀ ਪੋਲ ਵੀ ਮੈਂ ਖੋਲ੍ਹਣੀ ਚਾਹੂੰਗਾ। ਦੱਸੋ ਜੀ। ਜਦੋਂ ਤੁਸੀਂ ਸੋਲਰ ਪੈਨਲ ਆਪਣੇ ਘਰੇ ਲਵਾਉਣਾ ਹੋਊਗਾ ਹਾਂਜੀ, ਤਾਂ ਤੁਸੀਂ ਜਿਹੜੀਆਂ ਸਰਕਾਰ ਤੋਂ ਮਾਨਤਾ ਪ੍ਰਾਪਤ ਏਜੰਸੀਆਂ ਨੇ ਵੈਬਸਾਈਟਾਂ 'ਤੇ ਪਈਆਂ ਨੇ ਉਹਨਾਂ ਨੂੰ ਕਾਲ ਕਰੋਗੇ ਵੀ ਜੀ ਅਸੀਂ ਸੋਲਰ ਪੈਨਲ ਲਵਾਉਣਾ ਆ, ਇਹਦੇ 'ਤੇ ਕਿੰਨੀ ਸਬਸਿਡੀ ਹੈ, ਉਹ ਤੁਹਾਨੂੰ ਕੋਈ ਜਾਣਕਾਰੀ ਨਹੀਂ ਦੇਣਗੇ। ਜਿਹੜਾ ਸਬਸਿਡੀ ਦੇ ਨਾਲ ਪਰ ਕਿਲੋਵਾਟ ਤਕਰੀਬਨ 20 ਤੋਂ 25,000 ਰੁਪਏ ਕੋਸਟ ਕਰਨਾ ਚਾਹੀਦਾ ਆ, ਜਦੋਂ ਤੁਸੀਂ ਲਵਾਉਣ ਦੀ ਗੱਲ ਕਰੋਗੇ ਵੀ ਜੀ ਸਾਡੇ ਆ ਕੇ ਲਾ ਦਿਓ, ਤਾਂ ਉਹੀ ਕੋਸਟ 40 ਤੋਂ 50,000 ਪਰ ਕਿਲੋਵਾਟ ਕੋਸਟ ਕਰੇਗੀ। ਕਿਉਂਕਿ ਸਰਕਾਰ ਨੇ ਸਬਸਿਡੀ ਦਿੱਤੀ ਹੈ, ਔਰ ਸਬਸਿਡੀ ਵਾਲੇ ਜ਼ਿਆਦਾਤਰ ਤਾਂ ਲੋਕ ਫੋਨ ਹੀ ਨਹੀਂ ਚੱਕਦੇ ਜਿਹੜੇ ਨੰਬਰ ਦਿੱਤੇ ਹੋਏ ਨੇ। ਇਹ ਸਰਕਾਰਾਂ ਨੂੰ ਸੋਚਣਾ ਪਊਗਾ ਕਿ ਸਬਸਿਡੀਆਂ ਅਨਾਊਂਸ ਕਰਨ ਨਾਲ ਨਹੀਂ ਹੁੰਦੀਆਂ, ਲੋਕਾਂ ਨੂੰ ਫਾਇਦਾ ਪਹੁੰਚਾਉਣ ਤੱਕ ਹੁੰਦੀਆਂ ਨੇ। ਉਹ ਜੇ ਲਾਉਂਦੇ ਆ ਸਬਸਿਡੀ ਵਾਲੇ ਰੇਟ ਤੇ 22,000 ਤੇ ਉਹ ਲਾ ਗਏ ਸੋਲਰ ਪੈਨਲ, ਹੁੰਦਾ ਕੀ ਹੈ ਜੀ, ਉਹਨਾਂ ਨੂੰ ਪੈਸਾ ਹੀ ਸਰਕਾਰ ਵੱਲੋਂ ਬਹੁਤ ਟਾਈਮ ਤੱਕ ਨਹੀਂ ਆਉਂਦਾ। ਸਬਸਿਡੀ ਹੈ ਹੁਣ ਕਈ ਵਾਰੀ ਗਰੀਬ ਤੇ ਅਮੀਰ ਦਾ ਫਰਕ ਨਹੀਂ ਕਰਦੀ ਗੀ। ਹੁਣ ਸਿਲੰਡਰ ਹੈਗਾ, ਇੱਕ ਗਰੀਬ ਬੰਦਾ ਹੈਗਾ ਜਿਹੜਾ ਰੋਜ਼ ਦਿਹਾੜੀ ਕਰਦਾ ਹੈਗਾ, ਆਪਦੀ ਕਮਾਈ ਸ਼ਾਮ ਨੂੰ ਉਨੀ ਹੀ ਖਰਚ ਕਰ ਲੈਂਦਾ, ਇੱਕ ਉਹ ਬੰਦਾ ਸਿਲੰਡਰ ਖਰੀਦ ਰਿਹਾ, ਉਹਨੂੰ ਸਬਸਿਡੀ ਦੀ ਲੋੜ ਹੈ? ਬਿਲਕੁਲ ਹੈ। ਪਰ ਇੱਕ ਬੰਦਾ ਬਹੁਤ ਵੱਡਾ ਬਿਜ਼ਨਸਮੈਨ ਹੈਗਾ, ਚੰਗਾ ਉਹਦਾ ਕੰਮ ਹੈਗਾ, ਗੱਡੀਆਂ ਨੇ, ਕਾਰਾਂ ਨੇ, ਸਾਰਾ ਕੁਛ ਹੈਗਾ, ਉਹ ਬੰਦੇ ਨੂੰ ਵੀ ਗੈਸ ਦੇ ਸਿਲੰਡਰ ਤੇ ਉਨੀ ਹੀ ਸਬਸਿਡੀ ਮਿਲ ਰਹੀ ਹੈ। ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਇੱਕ ਵਾਰ ਫੇਰ ਨਿੱਘਾ ਸਵਾਗਤ ਹੈ। ਗੱਲ ਕਰਾਂਗੇ ਅਰਸ਼ਦੀਪ ਸਿੰਘ ਹੋਣਾ ਨਾਲ, ਜਿਹੜੇ ਅੱਜ ਸਬਸਿਡੀਆਂ ਦਾ ਖਾਤਾ ਲੈ ਕੇ ਆਏ ਆ ਤੁਹਾਡੇ ਲਈ। ਸਬਸਿਡੀ ਕਿਉਂ ਦਿੱਤੀ ਜਾਂਦੀ ਹੈ, ਇਹਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ, ਕਿਸ ਤਰੀਕੇ ਨਾਲ ਇਹਨੂੰ ਇੰਪਲੀਮੈਂਟ ਕਰਨਾ ਚਾਹੀਦਾ, ਕਿਸ ਤਰੀਕੇ ਨਾਲ ਇਹਨੂੰ ਖਤਮ ਕਰਨਾ ਚਾਹੀਦਾ ਆ। ਅਰਸ਼ਦੀਪ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਕਿਹੜੀ ਸਬਸਿਡੀ ਦਓਗੇ ਲੋਕਾਂ ਨੂੰ? ਸਬਸਿਡੀ ਸਰਕਾਰ ਦਿੰਦੀ ਹੈ, ਸਰਕਾਰ ਦੀ ਮਰਜ਼ੀ ਹੁੰਦੀ ਹੈਗੀ, ਜਿਹੜੀ ਚੀਜ਼ 'ਤੇ ਉਹ ਚਾਹੇ ਦੇ ਸਕਦੀ ਹੈਗੀ, ਪਰ ਜ਼ਿਆਦਾਤਰ ਉਹਨਾਂ ਚੀਜ਼ਾਂ 'ਤੇ ਦਿੱਤੀ ਜਾਂਦੀ ਹੈ ਜਿਹੜੀਆਂ ਚੀਜ਼ਾਂ ਨਾਲ ਲੋਕਾਂ ਨੂੰ ਮਦਦ ਮਿਲੇ। ਅਤੇ ਉਦੋਂ ਜ਼ਿਆਦਾ ਸਰਕਾਰ ਦੇ ਕੁਛ ਅਸਲ 'ਚ ਟੀਚੇ ਹੁੰਦੇ ਹੈਗੇ, ਉਹ ਟੀਚਿਆਂ ਨੂੰ ਅਚੀਵ ਕਰਨ ਦੇ ਲਈ ਸਰਕਾਰ ਸਬਸਿਡੀ ਦਿੰਦੀ ਹੈ, ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਵਿੱਤੀ ਸਹਾਇਤਾ ਹੈਗੀ ਜਿਹੜੀ ਲੋਕਾਂ ਨੂੰ ਦਿੱਤੀ ਜਾਂਦੀ ਹੈ। ਸਬਸਿਡੀ ਹੁਣ ਆਪਾਂ ਨੂੰ ਇਹ ਦੇਖਣਾ ਚਾਹੀਦਾ, ਸਬਸਿਡੀ ਜ਼ਿਆਦਾਤਰ ਸ਼ਾਇਦ ਲੋਕਾਂ ਨੂੰ ਇਹੀ ਲੱਗਦਾ ਵੀ ਲੋਕਾਂ ਨੂੰ ਮਿਲਦੀ ਹੈਗੀ, ਆਮ ਬੰਦੇ ਨੂੰ ਕਿਸੇ ਨੂੰ ਦਿੱਤੀ ਜਾਂਦੀ ਹੈ, ਪਰ ਐਵੇਂ ਨਹੀਂ ਹੈ। ਸਬਸਿਡੀ ਹੈ ਜਿਹੜੀ ਕੰਪਨੀਆਂ ਨੂੰ ਵੀ ਦਿੱਤੀ ਜਾਂਦੀ ਹੈਗੀ, ਕੋਈ ਫਰਮ ਹੈਗੀ ਉਹਨੂੰ ਵੀ ਦਿੱਤੀ ਜਾਂਦੀ ਹੈਗੀ, ਸਿਰਫ ਜਿਹੜੇ ਆਮ ਲੋਕ ਨੇ ਜਾਂ ਕੋਈ ਇੰਡੀਵਿਜੂਅਲ ਹੈ ਉਹਨੂੰ ਹੀ ਨਹੀਂ ਦਿੱਤੀ ਜਾਂਦੀ। ਤਾਂ ਸਾਰਿਆਂ ਨੂੰ ਸਬਸਿਡੀ ਦਿੰਦੀ ਹੈ ਸਰਕਾਰ, ਤਾਂ ਕਿ ਸਰਕਾਰ ਦੇ ਜਿਹੜੇ ਕੁਛ ਟੀਚੇ ਮਿੱਥੇ ਹੁੰਦੇ ਨੇ ਉਹਨਾਂ ਨੂੰ ਅਚੀਵ ਕੀਤਾ ਜਾ ਸਕੇ। ਹੈ ਕੀ ਹੈ ਸਬਸਿਡੀ? ਸਬਸਿਡੀ ਇੱਕ ਤਰ੍ਹਾਂ ਦੀ ਵਿੱਤੀ ਸਹਾਇਤਾ ਹੈ ਜੀ। ਕੋਈ ਜਿਵੇਂ ਕਿਸੇ ਸਟੂਡੈਂਟ ਨੇ ਹੁਣ ਪੜ੍ਹਾਈ ਕਰਨੀ ਹੈਗੀ, ਕੋਈ ਉਹਦੀ ਆਰਥਿਕ ਸਥਿਤੀ ਨਹੀਂ ਵਧੀਆ ਹੈਗੀ, ਉਹਨੇ ਕੋਈ ਵੱਡੀ ਐਜੂਕੇਸ਼ਨ, ਹਾਇਰ ਐਜੂਕੇਸ਼ਨ ਲੈਣੀ ਹੈਗੀ, ਉਹਦੇ ਕੋਲ ਹੁਣ ਪੈਸੇ ਨਹੀਂ ਹੁੰਦੇ ਹੈਗੇ ਕਈ ਵਾਰੀ ਪੜ੍ਹਾਈ ਕਰਨ ਨੂੰ, ਤਾਂ ਇਹ ਨਹੀਂ ਹੋਣਾ ਚਾਹੀਦਾ ਵੀ ਉਹ ਸਿਰਫ ਪੈਸੇ ਦੀ ਘਾਟ ਕਰਕੇ ਉਹ ਪੜ੍ਹਾਈ ਪੂਰੀ ਨਾ ਕਰ ਸਕੇ। ਸਕਾਲਰਸ਼ਿਪ ਹੁੰਦੀ ਹੈ। ਸਕਾਲਰਸ਼ਿਪ ਤੋਂ ਬਿਨਾਂ ਸਪੋਜ਼ ਉਹਨੇ ਹੁਣ ਲੋਨ ਲੈਣਾ ਹੈਗਾ, ਉਹਨੇ ਹੁਣ ਬੈਂਕ ਤੋਂ ਲੋਨ ਲੈਣਾ ਹੈਗਾ, ਵਿਆਜ ਹੈ ਜੀ ਚਲੋ 10% 'ਤੇ ਹੈਗਾ, ਮੰਨ ਲਿਆ ਜਾਵੇ ਆਪਾਂ 10% ਵਿਆਜ ਹੈ, ਸਰਕਾਰ ਕੀ ਕਰੂਗੀ? ਉਹਨੂੰ ਕਹੂਗੀ 5% ਵਿਆਜ 'ਤੇ ਹੀ ਤੁਹਾਨੂੰ ਅਸੀਂ ਲੋਨ ਦੇਵਾਂਗੇ ਪੜ੍ਹਾਈ ਵਾਲਾ। ਹੁਣ ਉਹ 5% ਘਟਾਇਆ ਨਹੀਂ ਹੈ, ਬੈਂਕ ਨੂੰ 10% ਹੀ ਮਿਲੂਗਾ, ਪਰ ਬਾਕੀ 5% ਵਿਆਜ ਹੈ ਜਿਹੜਾ ਉਹ ਸਰਕਾਰ ਆਪਦੇ ਵੱਲੋਂ ਉਹਨੂੰ ਦੇਊਗੀ। ਤਾਂ ਇਸ ਤਰੀਕੇ ਨਾਲ ਇਹ 5% ਵੀ ਇੱਕ ਤਰੀਕੇ ਦੀ ਪੜ੍ਹਾਈ 'ਤੇ ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈਗੀ। ਫਿਰ ਇਸੇ ਤਰੀਕੇ ਨਾਲ ਆਪਾਂ ਇੱਕ ਹੋਰ ਚੀਜ਼ ਸਮਝ ਸਕਦੇ ਹੈਗੇ, ਜਿਵੇਂ ਕਿ ਜਿਹੜਾ PDS ਦੁਕਾਨਾਂ ਨੇ, ਆਪਣੀਆਂ ਰਾਸ਼ਨ ਵਾਲੀਆਂ ਦੁਕਾਨਾਂ ਨੇ, ਉੱਥੇ ਅਨਾਜ ਹੈ ਜਿਹੜਾ ਬਹੁਤ ਸਸਤੇ ਰੇਟਾਂ 'ਤੇ ਵਿਕਦਾ ਹੈਗਾ, ਕਣਕ ਹੋ ਗਈ, ਦਾਲ ਹੋ ਗਈ, ਚੌਲ ਹੋ ਗਏ, ਬਹੁਤ ਸਸਤੇ ਰੇਟਾਂ 'ਤੇ ਦਿੱਤੇ ਜਾਂਦੇ ਨੇ। ਹੁਣ ਹਾਲਾਂਕਿ ਸਰਕਾਰ ਇਹ ਸਾਰੀਆਂ ਚੀਜ਼ਾਂ ਵੱਧ ਰੇਟਾਂ 'ਤੇ ਪ੍ਰੋਕਿਓਰ ਕਰਦੀ ਹੈ ਕਿਸਾਨਾਂ ਤੋਂ MSP ਦੇ ਉੱਤੇ, ਪਰ ਸਰਕਾਰ ਅੱਗੇ ਚੱਲ ਕੇ ਇਹਨਾਂ ਨੂੰ 1 ਰੁਪਏ 2 ਰੁਪਏ 3 ਰੁਪਏ ਦੇ ਹਿਸਾਬ ਨਾਲ ਇਹ ਚੀਜ਼ਾਂ ਵੇਚਦੀ ਹੈਗੀ। ਤਾਂ ਉਹ ਜਿਹੜਾ ਸਾਰਾ ਮਾਰਜਨ ਹੈਗਾ ਵੱਧ ਰੇਟ 'ਤੇ ਖਰੀਦ ਕੇ ਸਸਤੇ ਰੇਟ 'ਤੇ ਸਰਕਾਰ ਜਦੋਂ ਵੇਚਦੀ ਹੈਗੀ, ਤਾਂ ਉਹ ਜਿਹੜਾ ਸਾਰਾ ਮਾਰਜਨ ਹੈ ਜਿੰਨਾ ਉਹ ਘਾਟਾ ਖਾ ਰਹੀ ਹੈ, ਉਹ ਵੀ ਇੱਕ ਤਰੀਕੇ ਦੀ ਸਬਸਿਡੀ ਨੂੰ ਆਪਾਂ ਮੰਨਦੇ ਹਾਂ, ਜਿਹਨੂੰ ਫੂਡ ਸਬਸਿਡੀ ਦੇ ਵਿੱਚ ਗਿਣਿਆ ਜਾਂਦਾ ਹੈ।
ਤਾਂ ਇਹ ਵਿੱਤੀ ਸਹਾਇਤਾ ਸਬਸਿਡੀ ਹੁੰਦੀ ਹੈਗੀ। ਪਰ ਸਾਨੂੰ ਜਿਹੜੀ ਸਬਸਿਡੀ ਸਮਝ ਆਉਂਦੀ ਹੈ ਜੀ, ਇੱਕ ਤਾਂ ਬਿਜਲੀ ਵਾਲੀ ਸਮਝ ਆਉਂਦੀ ਹੈ ਪੰਜਾਬੀਆਂ ਨੂੰ। ਹਾਂਜੀ ਬਿਲਕੁਲ। ਬਿਜਲੀ ਵਾਲੀ, ਗੈਸ ਦੇ ਸਿਲੰਡਰਾਂ ਵਾਲੀ, ਖਾਦ ਵਾਲੀ, ਸਾਨੂੰ ਤਾਂ ਖਾਦ ਵਾਲੀ, ਆ ਤਿੰਨ ਚਾਰ ਸਮਝ ਆਉਂਦੀਆਂ, ਬਾਕੀ ਨਹੀਂ ਜ਼ਿਆਦਾ ਸਮਝ ਆਉਂਦੀਆਂ ਜੀ। ਕਿਉਂਕਿ ਆਪਣੇ ਜ਼ਿਆਦਾਤਰ ਪ੍ਰਚਲਿਤ ਇਹੀ ਨੇ। ਸਭ ਤੋਂ ਵੱਡੀ ਤਾਂ ਬਿਜਲੀ ਵਾਲੀ ਆਪਾਂ ਨੂੰ ਪਤਾ ਹੈ, ਕਿਉਂਕਿ ਆਪਣਾ ਖੇਤੀ ਪ੍ਰਧਾਨ ਸੂਬਾ ਹੈਗਾ, ਤਾਂ ਹਰ ਸੀਜ਼ਨ, ਸਾਲ ਦੇ ਵਿੱਚ 2 ਸੀਜ਼ਨ ਹੁੰਦੇ, ਜਦੋਂ 2 ਫਸਲਾਂ ਲੱਗਦੀਆਂ, ਕਣਕ ਤੇ ਝੋਨੇ ਦੀ ਪਾਣੀ ਦੀ ਬਹੁਤ ਲੋੜ ਪੈਂਦੀ ਹੈ। ਤਾਂ ਇਹ ਚੀਜ਼ ਦਾ ਤਾਂ ਪਤਾ ਹੈ, ਕਿਉਂਕਿ ਇਹਦੇ ਵਿੱਚ ਜਦੋਂ ਵੀ ਕੋਈ ਬਦਲਾਅ ਹੁੰਦਾ ਤਾਂ ਬਹੁਤ ਅਖਬਾਰਾਂ ਦੇ ਵਿੱਚ ਕਵਰ ਹੁੰਦਾ, ਲੋਕਾਂ ਨੂੰ ਉਹਦੇ ਬਾਰੇ ਪਤਾ ਰਹਿੰਦਾ ਹੈਗਾ। ਬਦਲਾਅ ਹੋਏ ਨਾ ਹੋਏ, ਹਰ 2-3 ਸਾਲ ਬਾਅਦ ਰੌਲਾ ਪੈਂਦਾ, ਜਦੋਂ ਲੋਕ ਸਭਾ ਦੀ ਇਲੈਕਸ਼ਨ ਹੈ ਜਾਂ ਚਾਹੇ ਐਮਐਲਏਆਂ ਦੀ ਇਲੈਕਸ਼ਨ ਹੈ, ਉਦੋਂ ਰੌਲਾ ਜ਼ਰੂਰ ਪੈਂਦਾ ਹੈ। ਕਿਉਂਕਿ ਵੋਟਾਂ ਵੇਲੇ ਕੁਛ ਨਾ ਕੁਛ ਵਧਾਉਣ ਘਟਾਉਣ ਦੀ ਕਰਕੇ ਸਰਕਾਰਾਂ ਨੇ ਜਿਹੜੀਆਂ ਵੋਟਾਂ ਲੈਣ ਦੀ ਕੋਸ਼ਿਸ਼ ਕਰਦੀਆਂ। ਪਰ ਇਦੋਂ ਬਿਨਾਂ ਦੇਖੋ ਜੀ, ਬਹੁਤ ਸਬਸਿਡੀਆਂ ਹੋਰ ਦਿੱਤੀਆਂ ਜਾਂਦੀਆਂ। ਸ਼ਾਇਦ ਬਹੁਤ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਣਾ, ਜਦੋਂ ਆਪਾਂ ਰੇਲਵੇ ਦੇ ਵਿੱਚ ਸਫ਼ਰ ਕਰਦੇ ਆਂਗੇ, ਜਿਹੜੀ ਆਪਾਂ ਟਿਕਟ ਖਰੀਦਦੇ ਹਾਂ, ਉਹਦੇ ਉੱਤੇ ਵੀ ਆਪਾਂ ਨੂੰ ਸਬਸਿਡੀ ਮਿਲਦੀ ਹੈਗੀ। ਜਿੰਨਾ ਉਹਦਾ ਖਰਚਾ ਹੁੰਦਾ, ਅਸਲ 'ਚ ਜਿੰਨਾ ਇੱਕ ਬੰਦੇ ਤੇ ਰੇਲ ਦੇ ਸਫ਼ਰ ਦਾ ਖਰਚਾ ਹੁੰਦਾ, ਉਨੀ ਕੀਮਤ ਆਪਣੇ ਤੋਂ ਨਹੀਂ ਵਸੂਲੀ ਜਾਂਦੀ। ਆਪਾਂ ਨੂੰ ਕਾਫੀ ਸਸਤੇ ਰੇਟ ਤੇ ਉਹ ਟਿਕਟ ਮਿਲਦੀ ਹੈਗੀ। ਉੱਥੇ ਵੀ ਸਰਕਾਰ ਸਬਸਿਡੀ ਦੇ ਰਹੀ ਹੈਗੀ। ਇਸ ਤੋਂ ਬਿਨਾਂ ਆਪਾਂ ਹੋਰ ਇੱਕ ਨਵੀਂ ਚੀਜ਼ ਵੀ ਹੈਗੀ, ਜਿਹੜੀ ਪੰਜਾਬ 'ਚ ਕੁਛ ਕੁ ਲੋਕਾਂ ਨੂੰ ਪਤਾ ਹੈ, ਜਿਵੇਂ ਕਿ ਅੱਜ ਕੱਲ੍ਹ ਸਰਕਾਰ ਸੋਲਰ ਪੈਨਲਾਂ ਤੇ ਜਿਹੜੇ ਘਰੇ ਲਾਉਂਦੇ ਆ, ਉਹਨਾਂ ਤੇ ਵੀ ਸਬਸਿਡੀ ਦੇ ਰਹੀ ਹੈਗੀ। ਵੀ ਤੁਸੀਂ ਘਰੇ ਸੋਲਰ ਪੈਨਲ ਲਾਓ, ਆਪ ਹੀ ਆਪਦੀ ਬਿਜਲੀ ਬਣਾਓ, ਉਹਦੇ ਲਈ ਵੀ ਸਰਕਾਰ ਸਬਸਿਡੀ ਦੇ ਰਹੀ ਹੈਗੀ। ਹਾਂ, ਇਹ ਜਿਹੜੀ ਸਬਸਿਡੀ ਹੈ, ਇਹਦੀ ਪੋਲ ਵੀ ਮੈਂ ਖੋਲ੍ਹਣੀ ਚਾਹੂੰਗਾ। ਦੱਸੋ ਜੀ। ਜਦੋਂ ਤੁਸੀਂ ਸੋਲਰ ਪੈਨਲ ਆਪਣੇ ਘਰੇ ਲਵਾਉਣਾ ਹੋਊਗਾ, ਹਾਂਜੀ, ਤਾਂ ਤੁਸੀਂ ਜਿਹੜੀਆਂ ਸਰਕਾਰ ਤੋਂ ਮਾਨਤਾ ਪ੍ਰਾਪਤ ਏਜੰਸੀਆਂ ਨੇ, ਵੈਬਸਾਈਟਾਂ ਤੇ ਪਈਆਂ ਨੇ, ਉਹਨਾਂ ਨੂੰ ਕਾਲ ਕਰੋਗੇ ਵੀ ਜੀ ਅਸੀਂ ਸੋਲਰ ਪੈਨਲ ਲਵਾਉਣਾ ਆ, ਇਹਦੇ ਤੇ ਕਿੰਨੀ ਸਬਸਿਡੀ ਹੈ, ਉਹ ਤੁਹਾਨੂੰ ਕੋਈ ਜਾਣਕਾਰੀ ਨਹੀਂ ਦੇਣਗੇ। ਜੇ ਉਹਨਾਂ ਨੂੰ ਤੁਸੀਂ ਕਹੋਗੇ ਜੀ ਮੈਨੂੰ ਸਬਸਿਡਾਈਜ਼ ਰੇਟ ਦੇ ਉੱਤੇ ਸੋਲਰ ਪੈਨਲ ਲਗਾ ਦਿਓ, ਤਾਂ ਉਹ ਇਹ ਕਹਿਣਗੇ ਜੀ ਸਬਸਿਡੀ ਤਾਂ ਆਉਂਦੀ ਹੋਣੀ ਜੀ, ਸਬਸਿਡੀ ਵਾਲਾ ਤਾਂ ਅਸੀਂ ਲਾਉਂਦੇ ਹੀ ਨਹੀਂ ਜੀ। ਤੀਜੀ ਗੱਲ, ਜਿਹੜਾ ਸਬਸਿਡੀ ਦੇ ਨਾਲ ਪਰ ਕਿਲੋਵਾਟ ਤਕਰੀਬਨ 20 ਤੋਂ 25,000 ਰੁਪਏ ਕੋਸਟ ਕਰਨਾ ਚਾਹੀਦਾ ਆ, ਜਦੋਂ ਤੁਸੀਂ ਲਵਾਉਣ ਦੀ ਗੱਲ ਕਰੋਗੇ ਵੀ ਜੀ ਸਾਡੇ ਆ ਕੇ ਲਾ ਦਿਓ, ਤਾਂ ਉਹੀ ਕੋਸਟ 40 ਤੋਂ 50,000 ਪਰ ਕਿਲੋਵਾਟ ਕੋਸਟ ਕਰੇਗੀ। ਕਿਉਂਕਿ ਸਰਕਾਰ ਨੇ ਸਬਸਿਡੀ ਦਿੱਤੀ, ਔਰ ਸਬਸਿਡੀ ਵਾਲੇ ਜ਼ਿਆਦਾਤਰ ਤਾਂ ਲੋਕ ਫੋਨ ਹੀ ਨਹੀਂ ਚੱਕਦੇ, ਜਿਹੜੇ ਨੰਬਰ ਦਿੱਤੇ ਹੋਏ ਨੇ। ਇਹ ਸਰਕਾਰਾਂ ਨੂੰ ਸੋਚਣਾ ਪਊਗਾ ਕਿ ਸਬਸਿਡੀਆਂ ਅਨਾਉਂਸ ਕਰਨ ਨਾਲ ਨਹੀਂ ਹੁੰਦੀਆਂ, ਲੋਕਾਂ ਨੂੰ ਫਾਇਦਾ ਪਹੁੰਚਾਉਣ ਤੱਕ ਹੁੰਦੀਆਂ ਨੇ। ਇਹ ਜ਼ਮੀਨ ਤੇ ਉਹੀ ਗੱਲ ਆ ਗਈ, ਸਬਸਿਡੀ ਦੀ ਸਕੀਮ ਤਾਂ ਬਣਾ ਦਿੱਤੀ ਜਾਂਦੀ ਹੈ, ਪਰ ਜ਼ਮੀਨ ਤੇ ਜਦੋਂ ਇੰਪਲੀਮੈਂਟ ਹੁੰਦੀ ਹੈ, ਜ਼ਮੀਨੀ ਹਕੀਕਤ ਹੁੰਦੀ ਹੈ, ਉਹਦਾ ਬੜਾ ਫਰਕ ਹੁੰਦਾ ਹੈਗਾ। ਤੁਸੀਂ ਹੁਣ ਰੂਫਟਾਪ ਵਾਲੇ ਸੋਲਰ ਵਾਲੀ ਗੱਲ ਕੀਤੀ, ਇਹ ਕਿਲੋਵਾਟ ਦਾ ਇੱਕ ਦਾ 22,000 ਖਰਚਾ ਆਉਂਦਾ ਹੈਗਾ ਸਬਸਿਡੀ ਲਾ ਕੇ। ਪਰ ਜੇ ਤੁਸੀਂ ਲਗਵਾਉਣਾ ਆ, ਹਾਂਜੀ, ਸਬਸਿਡਾਈਜ਼ ਰੇਟ ਦੀ ਗੱਲ ਕਰੋਗੇ ਤਾਂ ਉਹ ਕਹਿਣਗੇ ਸਬਸਿਡੀ ਪਹਿਲੀ ਗੱਲ ਤਾਂ ਆਂਦੀ ਨਹੀਂ, ਏਜੰਸੀਆਂ ਵਾਲਿਆਂ ਦੂਜੀ ਕਹਿਣਗੇ ਜੀ ਇਹ ਤਾਂ ਪੁਰਾਣੀ ਸਕੀਮ ਹੋਊਗੀ ਜੀ, ਹੁਣ ਤਾਂ ਬੰਦ ਹੋਊਗੀ ਸਬਸਿਡੀ। ਇਹ ਸੋਲਰ ਪੈਨਲ ਲਗਵਾਉਣ ਵਾਲੇ ਸਾਡੇ ਇੱਕ ਰਿਸ਼ਤੇਦਾਰ ਨੇ 5-6 ਥਾਵਾਂ ਤੇ ਕਾਲ ਕੀਤੀ, ਤਾਂ ਉਹਨੂੰ ਇਹ ਪਤਾ ਲੱਗਿਆ ਵੀ ਇਹ ਤਾਂ ਜੀ ਪੁਰਾਣਾ ਆਰਡਰ ਸੀ ਜੀ, ਹੁਣ ਤਾਂ ਖਤਮ ਹੋ ਗਈ। ਇਹਦੇ 'ਚ ਹਾਲਾਂਕਿ ਇਹ ਕਿਸੇ ਵੀ ਤਰੀਕੇ ਨਾਲ ਜਿਹੜੇ ਡੀਲਰ ਨੇ, ਜਿਹੜੇ ਲਾਉਂਦੇ ਨੇ ਸੋਲਰ ਪੈਨਲ, ਉਹਨਾਂ ਦੀ ਇਹ ਗੱਲ ਆਪਾਂ ਸਹੀ ਨਹੀਂ ਕਹਿ ਸਕਦੇ, ਪਰ ਉਹਨਾਂ ਦੀਆਂ ਵੀ ਕੁਝ ਕੁ ਦਿੱਕਤਾਂ ਨੇ। ਉਹ ਜੇ ਲਾਉਂਦੇ ਆ ਸਬਸਿਡੀ ਵਾਲੇ ਰੇਟ ਤੇ 22,000 ਤੇ ਉਹ ਲਾ ਗਏ ਸੋਲਰ ਪੈਨਲ, ਹੁੰਦਾ ਕੀ ਹੈ ਜੀ, ਉਹਨਾਂ ਨੂੰ ਪੈਸਾ ਹੀ ਸਰਕਾਰ ਵੱਲੋਂ ਬਹੁਤ ਟਾਈਮ ਤੱਕ ਨਹੀਂ ਆਉਂਦਾ, ਉਹ ਬਾਕੀ ਪੈਸਾ ਸਰਕਾਰ ਨੇ ਪਹੁੰਚਾਉਣਾ ਹੁੰਦਾ ਹੈ। ਕਈ ਵਿਚਾਰਿਆਂ ਦੇ ਕੰਮ ਹੀ ਇਸ ਚੀਜ਼ 'ਚ ਬੰਦ ਹੋ ਗਏ, ਸਾਲ ਪੈਸਾ ਨਹੀਂ ਆਉਂਦਾ, ਉਹ ਘਾਟਾ ਖਾ ਜਾਂਦੇ, ਕੰਮ ਬੰਦ ਕਰ ਜਾਂਦੇ ਆ। ਹਾਲਾਂਕਿ ਇਹ ਚੀਜ਼ ਨੂੰ ਆਪਾਂ ਸਹੀ ਨਹੀਂ ਕਹਿ ਸਕਦੇ ਵੀ ਅੱਛਾ ਫਿਰ ਤੁਸੀਂ ਲੋਕਾਂ ਤੋਂ ਵੱਧ ਲੈ ਲਓ, ਪਰ ਮੇਨ ਜੇ ਦੇਖੀਏ ਇਹਦੇ ਵਿੱਚ ਜ਼ਿੰਮੇਵਾਰੀ ਅਖੀਰ 'ਚ ਸਰਕਾਰ ਦੀ ਹੀ ਬਣਦੀ ਹੈ। ਸਕੀਮ ਅਨਾਉਂਸ ਕਰ ਦਿੰਦੇ ਆ, ਪਰ ਇੰਪਲੀਮੈਂਟ ਕਰਨ 'ਚ ਫਿਰ ਉਹਦੇ ਕਈ ਦਿੱਕਤਾਂ ਰਹਿ ਜਾਂਦੀਆਂ, ਜਿਵੇਂ ਬਾਕੀ ਸਕੀਮਾਂ ਸਾਰੀਆਂ 'ਚ ਆਪਣੇ ਹੁੰਦਾ ਹੈਗਾ। ਇਹੀ ਕੁਛ ਸਾਡੇ ਨਾਲ ਉਦੋਂ ਹੁੰਦਾ ਹੈ ਜਦੋਂ ਅਸੀਂ ਗੈਸ ਦੇ ਸਿਲੰਡਰਾਂ ਦੀ ਸਬਸਿਡੀ ਦੇਖਦੇ ਹਾਂ, ਭਾਈ 70 ਰੁਪਏ 80 ਰੁਪਏ ਮੇਰੇ ਖਾਤੇ 'ਚ ਆ ਗਏ, ਬੜੀ ਖੁਸ਼ੀ ਹੁੰਦੀ ਆ ਕਿ ਸਰਕਾਰ ਤਾਂ ਬੜਾ ਕੰਮ ਕਰ ਰਹੀ ਆ, ਪਰ ਉਹ 70-80 ਰੁਪਏ ਦੇਖ ਕੇ ਮੁੜ ਕੇ ਜਿਹੜਾ ਸਿਲੰਡਰ ਦਾ ਰੇਟ ਵਧੀ ਜਾਂਦਾ, ਉਹਦਾ ਕੋਈ ਹਿਸਾਬ ਨਹੀਂ ਹੁੰਦਾ। ਸਿਲੰਡਰ ਦੇ ਰੇਟ 'ਚ ਇਹ ਹੈ ਜੀ, ਕਿਉਂਕਿ ਕੀਮਤ ਜਿਹੜੀ ਵੱਧਦੀ ਘਟਦੀ ਰਹਿੰਦੀ ਹੈਗੀ, ਤਾਂ ਸਰਕਾਰ ਸਬਸਿਡੀ ਵੀ ਬਦਲਦੀ ਰਹਿੰਦੀ ਹੈਗੀ। ਇਹਦੇ 'ਚ ਹੁਣ ਇਹ ਵੀ ਆਪਾਂ ਨੂੰ ਦੇਖਣਾ, ਇੱਕ ਚੀਜ਼ ਹੋਰ ਧਿਆਨ ਦੇਣੀ ਚਾਹੀਦੀ ਹੈ, ਸਿਲੰਡਰ ਦੀ ਹੁਣ ਸਬਸਿਡੀ ਹੈਗੀ, ਸਬਸਿਡੀਆਂ ਦੀ ਇੱਕ ਜਿਹੜੀ ਆਪਾਂ ਗੱਲ ਕਰਦੇ ਹਾਂ, ਇੰਪਲੀਮੈਂਟੇਸ਼ਨ 'ਚ ਕਮੀਆਂ ਨੇ। ਇੱਕ ਕਮੀ ਇਹ ਵੀ ਹੈਗੀ, ਸਬਸਿਡੀ ਹੈ ਹੁਣ ਕਈ ਵਾਰੀ ਗਰੀਬ ਤੇ ਅਮੀਰ ਦਾ ਫਰਕ ਨਹੀਂ ਕਰਦੀ ਗੀ। ਹੁਣ ਸਿਲੰਡਰ ਹੈਗਾ, ਇੱਕ ਗਰੀਬ ਬੰਦਾ ਹੈਗਾ ਜਿਹੜਾ ਰੋਜ਼ ਦਿਹਾੜੀ ਕਰਦਾ ਹੈਗਾ, ਆਪਦੀ ਕਮਾਈ ਸ਼ਾਮ ਨੂੰ ਉਨੀ ਹੀ ਖਰਚ ਕਰ ਲੈਂਦਾ, ਇੱਕ ਉਹ ਬੰਦਾ ਸਿਲੰਡਰ ਖਰੀਦ ਰਿਹਾ, ਉਹਨੂੰ ਸਬਸਿਡੀ ਦੀ ਲੋੜ ਹੈ, ਬਿਲਕੁਲ ਹੈ। ਪਰ ਇੱਕ ਬੰਦਾ ਬਹੁਤ ਵੱਡਾ ਬਿਜ਼ਨਸਮੈਨ ਹੈਗਾ, ਚੰਗਾ ਉਹਦਾ ਕੰਮ ਹੈਗਾ, ਗੱਡੀਆਂ ਨੇ, ਕਾਰਾਂ, ਸਾਰਾ ਕੁਛ ਹੈਗਾ, ਉਹ ਬੰਦੇ ਨੂੰ ਵੀ ਗੈਸ ਦੇ ਸਿਲੰਡਰ ਤੇ ਉਨੀ ਹੀ ਸਬਸਿਡੀ ਮਿਲ ਰਹੀ ਹੈਗੀ। ਤਾਂ ਇੱਥੇ ਫਰਕ ਹੋਣਾ ਚਾਹੀਦਾ ਹੈਗਾ। ਇਹ ਜਿਹੜਾ ਖਰਚਾ ਇੱਕ ਤਰੀਕੇ ਨਾਲ ਜਦੋਂ ਸਬਸਿਡੀਆਂ ਦੀ ਕਈ ਨਿਖੇਧੀ ਵੀ ਕਰਦੇ, ਇਹ ਪੁਆਇੰਟ ਵੀ ਹੈ ਜਿਹੜਾ ਨੋਟ ਕੀਤਾ ਜਾਂਦਾ ਹੈ ਵੀ ਸਬਸਿਡੀਆਂ ਨੇ ਜਿਹੜੀਆਂ ਗਰੀਬ ਅਮੀਰ 'ਚ ਫਰਕ ਨਹੀਂ ਕਰ ਰਹੀਆਂ। ਇੱਥੇ ਵੀ ਸਰਕਾਰ ਕਿਤੇ ਨਾ ਕਿਤੇ ਇੰਪਲੀਮੈਂਟੇਸ਼ਨ ਕਰਨ 'ਚ ਫੇਲ ਹੋ ਜਾਂਦੀ ਹੈ। ਅਰਸ਼ਦੀਪ, ਤੁਹਾਨੂੰ ਲੱਗਦਾ ਹੈ ਕਿ ਸਬਸਿਡੀ ਦੇਣਾ ਲੋਕ ਹਿੱਤ ਦੇ ਵਿੱਚ ਹੈ, ਪਰ ਗਰਾਊਂਡ ਦੇ ਉੱਤੇ ਜਦੋਂ ਇੰਪਲੀਮੈਂਟ ਹੁੰਦੀ ਹੈ ਤਾਂ ਢੰਗ ਨਾਲ ਇੰਪਲੀਮੈਂਟ ਨਹੀਂ ਹੁੰਦੀ?
ਕੀ ਇਹਦਾ ਕੋਈ ਫਾਇਦਾ ਹੈ ਸਬਸਿਡੀ ਦਾ ਇਸ ਵੇਲੇ? ਬਿਲਕੁਲ ਫਾਇਦਾ ਤਾਂ ਬਿਲਕੁਲ ਹੈ। ਜਿਵੇਂ ਹੁਣ ਆਪਾਂ ਰਾਸ਼ਨ ਕਾਰਡ ਦੀ ਗੱਲ ਕਰੀਏ, PDS ਤੇ ਜਿਹੜਾ ਰਾਸ਼ਨ ਮਿਲਦਾ, ਗਰੀਬ ਲੋਕ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ, ਕਣਕ ਆਟਾ ਜਿਹੜੀਆਂ ਬੇਸਿਕ ਨੈਸੈਸਿਟੀਆਂ ਨੇ, ਜਿਹੜਾ ਰੋਜ਼ਮर्रा ਦੀ ਜ਼ਿੰਦਗੀ 'ਚ ਚਾਹੀਦੀਆਂ ਨੇ ਚੀਜ਼ਾਂ, ਉਹਦੇ ਲਈ ਹੁਣ ਉਹਨਾਂ ਨੂੰ ਜੇ ਇਹਨਾਂ ਕੋਲ ਪੈਸਾ ਹੈ ਨਹੀਂ, ਤੇ ਸਰਕਾਰ ਦੀ, ਆਪਾਂ ਜਦੋਂ ਗੱਲ ਕਰਦੇ ਇੱਕ ਵੈਲਫੇਅਰ ਸਟੇਟ ਹੈ, ਉਹਦੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਨਾਗਰਿਕਾਂ ਨੂੰ ਇਹ ਮੁੱਢਲੀਆਂ ਸਹੂਲਤਾਂ ਉਹ ਦੇਵੇ, ਤਾਂ ਸਬਸਿਡੀ ਉੱਥੇ ਕੰਮ ਕਰਦੀ ਹੈਗੀ। ਫਿਰ ਸਬਸਿਡੀ ਦੇਣ ਦਾ ਕਾਰਨ, ਇੱਕ ਹੋਰ ਮੇਨ ਕਾਰਨ ਜਿਹੜਾ ਬਣਦਾ, ਕਈ ਵਾਰੀ ਕੀ ਹੁੰਦਾ ਜੀ, ਕੋਈ ਨਵੀਂ ਤਕਨੀਕ ਆਉਂਦੀ ਹੈਗੀ, ਉਹ ਤਕਨੀਕ ਲੋਕਾਂ ਨੂੰ ਅਡਾਪਟ ਕਰਨੀ ਜ਼ਰੂਰੀ ਹੁੰਦੀ ਹੈਗੀ, ਪਰ ਲੋਕ ਜਿਵੇਂ ਆਪਾਂ ਅਕਸਰ ਹੀ ਆਪਣੀ ਇਹ ਵਰਤੀ ਹੁੰਦੀ ਹੈਗੀ, ਕੋਈ ਵੀ ਨਵੀਂ ਚੀਜ਼ ਅਡਾਪਟ ਕਰਦੇ ਹਾਂ, ਕੋਈ ਵੀ ਚੇਂਜ ਜਦੋਂ ਆਪਾਂ ਲਿਆਉਣੇ ਆ, ਆਪਾਂ ਉਹ ਚੀਜ਼ ਨੂੰ ਰਜਿਸਟ ਕਰਦੇ ਹਾਂ, ਆਪਾਂ ਥੋੜ੍ਹਾ ਜਿਹਾ ਅਪੋਜ਼ ਕਰਦੇ ਹਾਂ ਵੀ ਨਹੀਂ ਛੱਡੋ ਪਰੇ। ਤਾਂ ਸਰਕਾਰ ਨੂੰ ਇਹ ਹੁੰਦਾ ਵੀ ਨਹੀਂ, ਇਹ ਚੀਜ਼ ਨਵੀਂ ਅਡਾਪਟ ਹੋਵੇ, ਉਹਦੇ ਲਈ ਸਰਕਾਰ ਸਬਸਿਡੀ ਦਿੰਦੀ ਹੈ ਤਾਂ ਕਿ ਲੋਕਾਂ ਨੂੰ ਕੋਈ ਫਾਇਦਾ ਦਿਸੇ ਤੇ ਉਹ ਇਹ ਚੀਜ਼ ਨੂੰ ਅਡਾਪਟ ਕਰਨ। ਜਿਵੇਂ ਕਿ ਇਹਦਾ ਇੱਕ ਐਗਜ਼ਾਮਪਲ ਹੈਗਾ, ਜਦੋਂ ਆਪਣੇ ਹਰੀ ਕ੍ਰਾਂਤੀ ਆਈ ਸੀਗੀ, ਉਦੋਂ ਕੀ ਹੋਇਆ ਸੀ, ਨਵੇਂ ਬੀਜ ਆਏ ਸੀਗੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹੈਗੇ HYV ਸੀਡਸ ਕਹਿ ਦਿੰਦੇ ਹੈਗੇ, ਹਾਈ ਯੀਲਡਿੰਗ ਵੈਰਾਈਟੀਆਂ, ਜਿਨ੍ਹਾਂ ਦੀ ਉਤਪਾਦਨ ਸ਼ਮਤਾ ਬਹੁਤ ਸੀਗੀ, ਉਹ ਬੀਜ ਆਏ ਸੀਗੇ। ਅੱਛਾ, ਉਹਨਾਂ ਦੇ ਵਿੱਚ ਉਦੋਂ ਖਾਦ ਦੀ ਵਰਤੋਂ ਕਰਨੀ ਸੀਗੀ, ਪਾਣੀ ਦੀ ਵੱਧ ਵਰਤੋਂ ਕਰਨੀ ਸੀ, ਇੱਕ ਨਵੀਂ ਟੈਕਨੋਲੋਜੀ ਆਈ ਸੀਗੀ। ਕਿਸਾਨ ਸੀ ਜਿਹੜੇ, ਉਹਨਾਂ ਨੂੰ ਇਹਦੇ ਬਾਰੇ ਉਦੋਂ ਕੁਝ ਪਤਾ ਨਹੀਂ ਸੀਗਾ, ਕਿਸਾਨ ਸ਼ੁਰੂ ਦੇ ਵਿੱਚ ਝਿਜਕ ਰਹੇ ਸੀ ਵੀ ਅਸੀਂ ਇਹ ਚੀਜ਼ ਕਰੀਏ ਕਿ ਨਾ ਕਰੀਏ, ਤਾਂ ਸਰਕਾਰ ਨੇ ਕੀ ਕੀਤਾ, ਸਬਸਿਡੀ ਦਿੱਤੀ ਵੀ ਅਸੀਂ ਤੁਹਾਨੂੰ ਸਸਤੇ ਰੇਟਾਂ 'ਤੇ ਦੇਵਾਂਗੇ, ਤੁਸੀਂ ਇਹ ਚੀਜ਼ ਕਰੋ। ਉਹ ਜਦੋਂ ਸਬਸਿਡੀ ਮਿਲੀ, ਉਹਦੇ ਚੱਲਦੇ ਕਿਸਾਨਾਂ ਨੇ ਇਹ ਚੀਜ਼ ਵਰਤੀ, ਫਿਰ ਉਹਨਾਂ ਨੇ ਦੇਖਿਆ ਹਾਂਜੀ ਇਹਦਾ ਬਹੁਤ ਲਾਭ ਹੈਗਾ, ਤਾਂ ਹਰੀ ਕ੍ਰਾਂਤੀ ਸੀਗੀ ਜਿਹੜੀ ਸਕਸੈਸਫੁਲ ਹੋ ਸਕੀ। ਤਾਂ ਇਵੇਂ ਕਰਕੇ ਸਰਕਾਰ ਕਰਦੀ ਹੈਗੀ। ਸਿਮਿਲਰਲੀ ਹੁਣ ਜੇ ਆਪਾਂ ਇਹਦੀ ਵੀ ਗੱਲ ਕਰੀਏ, ਪਹਿਲਾਂ ਲੋਕ ਆਪਣੇ ਕੈਰੋਸੀਨ ਵਰਤਦੇ ਸੀ ਬਹੁਤ ਘਰਾਂ ਦੇ ਵਿੱਚ, ਜਾਂ ਆਮ ਪਿੰਡਾਂ ਦੇ ਵਿੱਚ ਬਾਲਣ ਵਰਤਿਆ ਜਾਂਦਾ ਸੀ, ਜਿਹਦਾ ਬਹੁਤ ਨੁਕਸਾਨ ਸੀਗਾ, ਵਾਤਾਵਰਨ ਨੂੰ ਨੁਕਸਾਨ ਸੀ, ਸਿਹਤ 'ਤੇ ਨੁਕਸਾਨ ਸੀਗਾ। ਪਿੰਡਾਂ ਜਿਹੜੀਆਂ ਆਪਣੀਆਂ ਔਰਤਾਂ ਨੇ ਜਿਹੜੀਆਂ ਬਾਲਣ ਵਰਤਦੀਆਂ ਸੀ, ਧੂਏ ਨਾਲ ਬਹੁਤ ਨੁਕਸਾਨ ਹੁੰਦਾ ਸੀ। ਤਾਂ ਇਹ ਚੀਜ਼ 'ਚ ਬਦਲਾਅ ਦੀ ਲੋੜ ਸੀਗੀ। ਸਰਕਾਰ ਨੇ ਕਿਹਾ ਜੀ ਤੁਸੀਂ LPG ਵਰਤੋ, ਸਿਲੰਡਰ ਵਰਤੋ, ਸਾਫ਼ ਫਿਊਲ ਹੈਗਾ, ਇਨਵਾਇਰਨਮੈਂਟ ਨੂੰ ਨੁਕਸਾਨ ਨਹੀਂ, ਸਿਹਤ ਨੂੰ ਨੁਕਸਾਨ ਨਹੀਂਗਾ। ਪਰ ਫਿਰ ਲੋਕਾਂ 'ਚ ਝਿਜਕ ਹੈ ਵੀ ਨਵੀਂ ਚੀਜ਼ ਹੈ, ਪਤਾ ਨਹੀਂ ਕਰੀਏ ਕਿ ਨਾ, ਤਾਂ ਸਰਕਾਰ ਨੇ ਸਸਤੇ ਰੇਟਾਂ 'ਤੇ ਉਹ ਦੇਣਾ ਸ਼ੁਰੂ ਕੀਤਾ ਸਬਸਿਡੀ ਦੇ ਕੇ। ਅਤੇ ਹੁਣ ਹੌਲੀ ਹੌਲੀ LPG ਹੁਣ ਬਹੁਤ ਵਰਤੋਂ 'ਚ ਆਉਣ ਲੱਗ ਗਈ ਆ, ਬਹੁਤ ਆਮ ਜੀ ਚੀਜ਼ ਹੋ ਗਈ ਆ। ਤਾਂ ਐਵੇਂ ਕਰਕੇ ਨਵੀਂ ਚੀਜ਼ ਦੇ ਲਈ ਸਰਕਾਰ ਸਬਸਿਡੀ ਖਤਮ ਕਿਉਂ ਨਹੀਂ ਕੀਤੀ ਜਾਂਦੀ ਜੀ? ਅੱਜ ਤਾਂ LPG ਗੈਸ ਸਿਲੰਡਰ ਤੋਂ ਬਿਨਾ ਕਿਸੇ ਦਾ ਗੁਜ਼ਾਰਾ ਹੀ ਨਹੀਂ ਹੈ। ਇਹੀ ਇੱਕ ਸਬਸਿਡੀ ਦਾ ਇੱਕ ਫੀਚਰ ਹੁੰਦਾ ਬਹੁਤ ਵੱਡਾ, ਵੀ ਇਹ ਟੈਂਪਰੇਰੀ ਹੁੰਦੀ ਹੈਗੀ। ਜਦੋਂ ਇੱਕ ਵਾਰ ਲੋਕਾਂ ਨੂੰ ਉਹ ਚੀਜ਼ ਦੇ ਫਾਇਦੇ ਪਤਾ ਲੱਗ ਜਾਣ, ਜਦੋਂ ਇੱਕ ਵਾਰੀ ਉਹ ਲੋਕ ਚੀਜ਼ ਅਡਾਪਟ ਕਰ ਲੈਣ, ਉਦੋਂ ਸਬਸਿਡੀ ਬੰਦ ਹੋ ਜਾਣੀ ਚਾਹੀਦੀ। ਪਰ ਇਹ ਲੋਕਾਂ ਨੂੰ ਐਂ ਲੱਗਦਾ ਹੈ ਵੀ ਇਹ ਤਾਂ ਸਾਡਾ ਹੱਕ ਆ। ਲੋਕੀ ਹੱਕ ਸਮਝ ਲੈਂਦੇ ਆ, ਪਰ ਹੱਕ ਨਹੀਂ ਹੁੰਦਾ ਗਾ। ਹੱਕ ਸਮਝਣ ਦੇ ਪਿੱਛੇ ਇੱਕ ਜਿਹੜੇ ਪੋਲੀਟੀਕਲ ਕਲਾਸ, ਆਪਣੀ ਰਾਜਨੀਤਿਕ ਕਲਾਸ ਹੈ, ਸਰਕਾਰ ਆ, ਉਹਨਾਂ ਦਾ ਵੀ ਰੋਲ ਹੈ। ਕਿਉਂਕਿ ਉਹਨਾਂ ਨੂੰ ਇਹ ਡਰ ਹੁੰਦਾ ਜੇ ਅਸੀਂ ਅੱਛਾ ਸਬਸਿਡੀ ਹਟਾਈ ਤਾਂ ਸਾਨੂੰ ਵੋਟਾਂ ਨਹੀਂ ਪੈਣੀਆਂ। ਸਬਸਿਡੀ ਹਟਾਉਣੀ ਤਾਂ ਦੂਰ ਦੀ ਗੱਲ ਹੈ, ਉਹੋ ਜਿਹੀਆਂ ਚੀਜ਼ਾਂ ਹਰ ਵਾਰੀ ਵਧਾ ਦਿੱਤੀਆਂ ਜਾਂਦੀਆਂ ਨੇ। ਤਾਂ ਲੋਕ ਵੀ ਇੱਕ ਆਪਦਾ ਹੱਕ ਸਮਝ ਲੈਂਦੇ ਨੇ। ਇੱਕ ਪਾਰਟੀ ਜੇ ਗੱਲ ਕਰੂਗੀ, ਜੇ ਇਹ ਹਿੰਮਤ ਵਾਲਾ ਕਦਮ ਚੱਕਣ ਦੀ ਕੋਸ਼ਿਸ਼ ਕਰੂ, ਦੂਜੀ ਪਾਰਟੀ ਕਹੂਗੀ ਦੇਖੋ ਜੀ ਦੇਖੋ, ਇਹ ਤਾਂ ਤੁਹਾਡੇ ਭਲੇ ਦੇ ਅਗੇਂਸਟ ਗੱਲ ਕਰ ਰਹੇ ਨੇ। ਤਾਂ ਇਹ ਪੋਲੀਟਿਕਸ ਹੈ ਜਿਹੜੀ ਵਿੱਚ ਵੜ ਜਾਂਦੀ ਹੈ, ਤੇ ਸਬਸਿਡੀਆਂ ਦਾ ਜਿਹੜਾ ਅਸਲ ਟੀਚਾ ਹੁੰਦਾ ਉਹ ਕਿਤੇ ਨਾ ਕਿਤੇ ਪੂਰਾ ਹੋ ਵੀ ਜਾਂਦਾ, ਪਰ ਸਬਸਿਡੀਆਂ ਫਿਰ ਵੀ ਚੱਲਦੀਆਂ। ਪੋਲੀਟਿਕਸ ਇੰਨੀ ਡੂੰਘੀ ਹੈ, ਜੇ ਪੰਜਾਬ ਦੇ ਵਿੱਚ ਬਿਜਲੀ ਦੇ ਉੱਤੇ ਸਿਆਸਤ ਚੱਲਦੀ ਹੈ, ਸਬਸਿਡੀ ਦੇ ਉੱਤੇ ਸਿਆਸਤ ਚੱਲਦੀ ਹੈ ਕਿ ਟਿਊਬਵੈੱਲਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇ, ਤਾਂ ਉਹਦੇ 'ਤੇ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਜੀ ਲੋਨ ਅਸੀਂ ਤਾਂ ਦੇਵਾਂਗੇ ਜੇ ਬਿਜਲੀ ਦੀ ਸਬਸਿਡੀ ਘਟਾਓਗੇ। ਇਹ ਐਡੀ ਵੱਡੀ ਰਾਜਨੀਤਿਕ ਸਬਸਿਡੀ ਹੈ। ਮੈਨੂੰ ਲੱਗਦਾ ਸਬਸਿਡੀ ਦੇ ਪਿੱਛੇ ਇਕਨੋਮੀ ਘੁੰਮਦੀ ਹੈ, ਇਕਨੋਮੀ ਦੇ ਪਿੱਛੇ ਸਾਰੀ ਰਾਜਨੀਤੀ ਘੁੰਮਦੀ ਹੈ ਜੀ। ਇਹ ਹੁਣੇ ਜਿਹੜੀ ਥੋੜ੍ਹੇ ਦਿਨ ਪਹਿਲਾਂ ਸੈਂਟਰ ਦੀ ਚਿੱਠੀ ਆਈ ਸੀਗੀ, ਉਹਨਾਂ ਨੇ ਕਿਹਾ ਸੀ ਸਬਸਿਡੀ ਘਟਾਓ। ਦੇਖੋ, ਸਬਸਿਡੀ ਘਟਾਉਣ ਜਾਂ ਕਿਸੇ ਕੇਸ 'ਚ ਹਟਾਉਣ ਪਿੱਛੇ ਵੀ ਜਿਹੜੇ ਮਾਹਰ ਨੇ, ਇਕੋਨੋਮਿਸਟ ਨੇ, ਉਹ ਕਾਫੀ ਤਰਕ ਰੱਖਦੇ ਨੇ। ਸਬਸਿਡੀ ਹੁਣ ਜਦੋਂ ਚੱਲਦੀ ਰਹਿੰਦੀ, ਉਹਦੇ ਕਾਫੀ ਨੁਕਸਾਨ ਵੀ ਹੁੰਦੇ ਹੈਗੇ। ਜੇ ਹੁਣ ਆਪਾਂ ਗੱਲ ਕਰੀਏ, ਜੇ ਆਪਣੇ ਖੇਤੀਬਾੜੀ ਦੇ ਕੇਸ ਦੇ ਵਿੱਚ ਕਾਫੀ ਸਬਸਿਡੀਆਂ ਦਿੱਤੀਆਂ ਜਾਂਦੀਆਂ, ਜਿਵੇਂ ਕਿ ਆਪਣੇ ਬਿਜਲੀ ਦੀ ਸਬਸਿਡੀ ਦਿੱਤੀ ਜਾਂਦੀ ਹੈ, ਉਹਦੇ ਕੁਝ ਨੁਕਸਾਨ ਵੀ ਨੇ। ਜਦੋਂ ਹੁਣ ਸਸਤੀ ਬਿਜਲੀ ਮਿਲ ਰਹੀ ਹੈ ਤਾਂ ਲੋਕਾਂ ਕੋਲੇ, ਕਿਸਾਨਾਂ ਕੋਲੇ ਕੋਈ ਇਨਸੈਂਟਿਵ ਨਹੀਂ ਗਾ ਵੀ ਉਹਨੂੰ ਬਚਾਉਣ। ਅਕਸਰ ਹੀ ਆਪਾਂ ਦੇਖਦੇ ਹਾਂ ਬਹੁਤ ਓਵਰ ਯੂਜ਼ ਕੀਤਾ ਜਾਂਦਾ ਬਿਜਲੀ ਦਾ। ਲੋਕ ਕੀ ਕਰਦੇ ਨੇ, ਮੋਟਰ ਛੱਡ ਕੇ ਪਾਸੇ ਹੋ ਜਾਂਦੇ ਨੇ, ਭੁੱਲ ਜਾਂਦੇ ਨੇ। ਪਾਣੀ ਜਿੰਨਾ ਲੋੜ ਹੁੰਦੀ ਉਦੋਂ ਵੱਧ ਲੱਗ ਜਾਂਦਾ ਖੇਤਾਂ 'ਚ। ਇਹਦਾ ਨੁਕਸਾਨ ਅੱਛਾ ਜ਼ਮੀਨੀ ਪਾਣੀ ਨੂੰ ਵੀ ਹੋ ਰਿਹਾ, ਆਪਣੇ ਨੂੰ ਹਰ ਸਾਲ ਡੂੰਘਾ ਹੋ ਰਿਹਾ। ਸਰਕਾਰ 'ਤੇ ਫਿਰ ਵਿੱਤੀ ਬੋਝ ਵੀ ਪੈਂਦਾ ਹੈਗਾ, ਕਿਉਂਕਿ ਖਰਚਾ ਇੰਨਾ ਉਹ ਚੱਕ ਰਹੇ ਨੇ। ਫਿਰ ਇਸੇ ਹੀ ਤਰੀਕੇ ਨਾਲ ਆਪਾਂ ਹੋਰ ਸਮਝ ਸਕਦੇ ਹਾਂ, ਆਪਣੇ ਯੂਰੀਆ 'ਤੇ ਸਬਸਿਡੀ ਮਿਲਦੀ ਹੈਗੀ, ਉਹ ਕਾਫੀ ਸਸਤਾ ਮਿਲਦਾ ਹੈਗਾ। ਹੁਣ ਜਦੋਂ ਸਸਤਾ ਯੂਰੀਆ ਦੇ ਰਹੇ ਨੇ ਤਾਂ ਕਿਸਾਨ ਨੇ ਜਿਹੜੇ ਕਈ ਵਾਰੀ ਕੀ ਕਰਦੇ ਨੇ, ਉਹਦਾ ਬਹੁਤ ਓਵਰ ਯੂਜ਼ ਕਰਦੇ ਨੇ। ਖਾਸ ਕਰ ਪੰਜਾਬ ਦੇ ਵਿੱਚ ਜਿੰਨੀ ਮਾਹਰ ਕਹਿੰਦੇ ਨੇ ਯੂਰੀਆ ਵਰਤੋ ਤੁਸੀਂ ਜ਼ਮੀਨ 'ਚ, ਉਦੋਂ ਬਹੁਤ ਜ਼ਿਆਦਾ ਵਰਤਿਆ ਜਾਂਦਾ। ਇਹ ਆਪਣੀ ਜ਼ਮੀਨ ਲਈ ਨੁਕਸਾਨਦੇਹ ਹੈਗਾ। ਫਿਰ ਕੀ ਹੁੰਦਾ ਹੈਗਾ, ਕਈ ਵਾਰੀ ਸਬਸਿਡੀ ਦੇ ਵਿੱਚ ਹੀ ਹੁੰਦਾ ਹੈਗਾ, ਅਕਸਰ ਹੀ ਇਹੋ ਜਿਹੀਆਂ ਚੀਜ਼ਾਂ 'ਤੇ ਖਰਚਾ ਕੀਤਾ ਜਾਂਦਾ ਹੈ ਜਿਹੜੀਆਂ ਜ਼ਿਆਦਾ ਜ਼ਰੂਰੀ ਨਹੀਂ ਹੁੰਦੀਆਂ। ਜਿਵੇਂ ਕਿ ਹੁਣ
ਤੇ ਜਿਹੜੀਆਂ ਚੀਜ਼ਾਂ ਜ਼ਿਆਦਾ ਜ਼ਰੂਰੀ ਨੇ ਉਹਨਾਂ ਤੇ ਖਰਚਾ ਬਹੁਤ ਘਟ ਜਾਂਦਾ। ਜਿਵੇਂ ਕਿ ਹੁਣ ਆਪਣੇ ਖੇਤੀਬਾੜੀ ਦੇ ਉੱਤੇ ਸੈਂਟਰ ਸਰਕਾਰ ਹੈ ਜਿਹੜੀ ਪਿਛਲੇ ਸਾਲ 2020-21 ਦੇ ਵਿੱਚ 6 ਲੱਖ ਕਰੋੜ ਦਾ ਖਰਚਾ ਕੀਤਾ ਗਿਆ, ਖਾਣ ਦੀ ਸਬਸਿਡੀ ਤੇ, ਫਿਊਲ ਦੀ ਸਬਸਿਡੀ ਦੇ, ਤੇ ਜਿਹੜੇ ਖਾਦ ਨੇ ਉਹਨਾਂ ਦੀ ਸਬਸਿਡੀ ਦੇ। ਪਰ ਇਹਦੇ ਚੱਲਦੇ ਕਾਫੀ ਜ਼ਰੂਰੀ ਖਰਚੇ ਜਿਹੜੇ ਉਹ ਪਾਸੇ ਕਰ ਦਿੱਤੇ ਜਾਂਦੇ ਨੇ। ਜਿਵੇਂ ਕਿ ਖੇਤੀਬਾੜੀ ਦੇ ਵਿੱਚ ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਉਹਦੇ ਤੇ ਪਿਛਲੇ ਸਾਲ ਸਿਰਫ 8200 ਕਰੋੜ ਰੁਪਇਆ ਹੀ ਖਰਚਿਆ ਗਿਆ, ਕਿੱਥੇ 6 ਲੱਖ ਕਰੋੜ ਤੇ ਕਿੱਥੇ 8200 ਕਰੋੜ। ਜਿਹੜੀਆਂ ਆਪਣੀਆਂ ਖੇਤੀਬਾੜੀ ਵਾਲੀਆਂ ਯੂਨੀਵਰਸਿਟੀਆਂ ਨੇ, ਜਿਵੇਂ ਆਪਣੇ ਲੁਧਿਆਣੇ ਹੈਗੀ ਜਾਂ ਹੋਰ ਖੇਤੀਬਾੜੀ ਵਾਲੇ ਰਿਸਰਚ ਸੰਸਥਾਨ ਨੇ, ਉਹਨਾਂ ਨੂੰ ਫੰਡ ਜਾਂਦੇ ਹੀ ਨਹੀਂ ਗੇ। ਉਹਨਾਂ ਨੂੰ ਹੁਣ ਫੰਡ ਨਹੀਂ ਜਾ ਰਹੇ, ਉਹ ਕੋਈ ਰਿਸਰਚ ਨਹੀਂ ਕਰ ਪਾ ਰਹੇ, ਕੋਈ ਨਵੀਂ ਫਸਲ ਨਹੀਂ ਬਣਾ ਪਾ ਰਹੇ, ਕੋਈ ਨਵੀਂ ਟੈਕਨੀਕ ਨਹੀਂ ਲਿਆ ਪਾ ਰਹੇ ਜਿਹੜੀ ਕਿਸਾਨਾਂ ਨੂੰ ਫਾਇਦਾ ਦੇਊਗੀ। ਇਸੇ ਤਰੀਕੇ ਨਾਲ ਇੱਕ ਜਿਹੜਾ ਆਪਾਂ ਕਹਿੰਦੇ ਹਾਂ ਬੁਨਿਆਦੀ ਢਾਂਚਾ, ਬੁਨਿਆਦੀ ਇਨਫਰਾਸਟਰਕਚਰ ਹੈ, ਉਹਦੇ ਤੇ ਖਰਚਾ ਨਹੀਂ ਹੁੰਦਾ। ਪਿੰਡਾਂ ਦੇ ਵਿੱਚ ਸੜਕਾਂ ਨਹੀਂ ਬਣਦੀਆਂ ਗਈਆਂ ਤੇ ਪਿੰਡਾਂ ਦੇ ਵਿੱਚ ਬਿਜਲੀ ਹੈ ਜਿਹੜੀ ਕਾਫੀ ਘਰਾਂ ਨੂੰ ਨਹੀਂ ਪਹੁੰਚ ਪਾਉਂਦੀ ਗੀ। ਇਹਨਾਂ ਚੀਜ਼ਾਂ ਤੇ ਜੇ ਖਰਚਾ ਹੋਵੇ, ਮਾਹਿਰ ਕਹਿੰਦੇ ਨੇ ਇਹਨਾਂ ਦਾ ਫਾਇਦਾ ਕਿਸਾਨਾਂ ਨੂੰ ਜ਼ਿਆਦਾ ਹੋਊਗਾ ਬਜਾਏ ਇਹਦੇ ਕਿ ਆਪਾਂ ਬਾਕੀ ਚੀਜ਼ਾਂ ਤੇ ਖਰਚਾ ਕਰੀਏ ਜੀ। ਯਾਨੀ ਕਿ ਜਿਹੜੀ ਇੰਟਰਨੈਸ਼ਨਲ ਮਾਰਕੀਟ ਹੈ ਉਹਨੂੰ ਕੰਪੀਟ ਕਰਨ ਲਈ ਜਦੋਂ ਰਿਸਰਚ ਹੋਊਗੀ ਸਾਡੇ ਕੋਲੇ ਤਾਂ ਅਸੀਂ ਉਹਦੀ ਮਾਰਕੀਟ ਵੀ ਕਰ ਸਕਾਂਗੇ, ਉਹਦੇ ਤੋਂ ਵੱਧ ਮੁਨਾਫਾ ਕਮਾ ਸਕਾਂਗੇ। ਬਿਲਕੁਲ ਸਹੀ ਗੱਲ ਹੈ। ਰਿਸਰਚ ਹੈਗੀ ਪਰ ਇੱਕ ਹੁੰਦਾ ਇਹ ਸਟੈਪ ਹੈ ਕੋਈ ਵੀ ਸਬਸਿਡੀਆਂ ਘਟਾਉਣ ਵਾਲਾ ਜਾਂ ਖਤਮ ਕਰਨ ਵਾਲਾ, ਇਹ ਕੋਈ ਵੀ ਸਰਕਾਰ ਲੈਣ ਤੋਂ ਬਹੁਤ ਝਿਜਕਦੀ ਹੈਗੀ। ਤਾਂ ਇੱਕ ਪੋਲੀਟੀਕਲ ਵਿਲ ਜਿਹਨੂੰ ਆਪਾਂ ਕਹਿੰਦੇ ਹਾਂ, ਹਿੰਮਤ ਹੋਣੀ ਚਾਹੀਦੀ ਹੈ, ਉਹ ਚੀਜ਼ ਕੋਈ ਵੀ ਸਰਕਾਰ ਨਹੀਂ ਕਰਦੀ ਕਿਉਂਕਿ ਲੋਕਾਂ ਨੂੰ ਸਮਝਾਉਣਾ ਵੀ ਪੈਣਾ ਹੈਗਾ। ਆਪਣੇ ਸਬਸਿਡੀ ਘਟਾਉਣ ਦੀ ਕੋਈ ਵੀ ਗੱਲ ਕਰੂਗਾ ਤਾਂ ਕਿਸਾਨ ਹੈ ਜਿਹੜੇ ਓਬਵੀਅਸਲੀ ਵਿਰੋਧ ਕਰਨਗੇ, ਤਾਂ ਉਹਨਾਂ ਨੂੰ ਸਮਝਾਉਣਾ ਵੀ ਪੈਣਾ ਹੈਗਾ। ਅੱਛਾ, ਸਮਝਾਉਣਾ ਵੀ ਪੈਣਾ ਹੈਗਾ ਤੇ ਉਹਦੇ ਨਾਲ ਕੁਝ ਹੋਰ ਸਟੈਪ ਵੀ ਚੱਕਣੇ ਪੈਣੇ ਆ ਜਿਹਦੇ ਨਾਲ ਇਹ ਨਹੀਂ ਹੈ ਵੀ ਕਿਸਾਨਾਂ ਦਾ ਖਰਚਾ ਵੱਧ ਜੇ, ਕੁਝ ਕੁ ਹੋਰ ਚੀਜ਼ਾਂ ਵੀ ਕਰਨੀਆਂ। ਪਰ ਹੁਣ ਕੀ ਹੋ ਰੱਖਿਆ, ਇੱਕ ਸਿਸਟਮ ਚੱਲੀ ਜਾਂਦਾ, ਸਾਰੇ ਸਹੂਲਤ ਜੀ ਚਾਵਦੀ 'ਚ ਬੈਠੇ ਨੇ ਤਾਂ ਕੋਈ ਬਦਲਾਅ ਜਿਹੜਾ ਨਹੀਂ ਲਿਆਉਣਾ ਚਾਹੁੰਦਾ ਹੈਗਾ। ਬਹੁਤ ਬਹੁਤ ਧੰਨਵਾਦ ਅਰਸ਼ਦੀਪ, ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਖੀਰ ਦੇ ਵਿੱਚ ਜਾਂਦੇ ਜਾਂਦੇ ਜੇ ਤੁਸੀਂ ਕੁਝ ਹੋਰ ਗੱਲ ਕਰਨੀ ਚਾਹੋ, ਕਿਉਂਕਿ ਜਿਹੜਾ ਟੌਪਿਕ ਹੈ, ਵਿਸ਼ਾ ਆ, ਉਹ ਬਹੁਤ ਹੀ ਰੋਚਕ ਹੈ ਤੇ ਸ਼ਾਇਦ ਦਰਸ਼ਕਾਂ ਨੂੰ ਪਸੰਦ ਵੀ ਆ ਰਿਹਾ, ਜੇ ਕੁਝ ਹੋਰ ਤੁਸੀਂ ਦੱਸਣਾ ਚਾਹੋ ਤਾਂ ਉਹ ਦੱਸੋ। ਇਹਦੇ 'ਚ ਇਹ ਗੱਲ ਹੈ ਕਿ ਹੁਣ ਜਿਵੇਂ ਸੈਂਟਰ ਨੇ ਕਿਹਾ ਹੈਗਾ ਵੀ ਤੁਸੀਂ ਬਿਜਲੀ ਦੀ ਸਬਸਿਡੀ ਘਟਾਓ, ਉਹ ਬਿਲਕੁਲ ਉਹ ਕਿਤੇ ਨਾ ਕਿਤੇ ਸਹੀ ਨੇ। ਬਿਜਲੀ ਦੀ ਸਬਸਿਡੀ ਘਟਾ ਦੇਣੀ ਚਾਹੀਦੀ ਹੈਗੀ ਜਾਂ ਬੰਦ ਹੀ ਕਰ ਦੇਣੀ। ਕਿਸਾਨਾਂ ਨੂੰ ਜਿਹੜੀ ਬਿਜਲੀ ਹੈ ਜਿੰਨੇ ਰੇਟ ਤੇ ਪ੍ਰੋਡਿਊਸ ਹੋ ਰਹੀ ਉਹਨੇ ਤੇ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਵੀ ਵਧੀਆ ਤਰੀਕੇ ਨਾਲ ਉਹਦੀ ਵਰਤੋਂ ਕਰਨ, ਸੂਝ-ਬੂਝ ਨਾਲ ਵਰਤੋਂ ਕਰਨ, ਐਵੇਂ ਉਹਦੀ ਵੇਸਟੇਜ ਨਾ ਹੋਵੇ। ਪਰ ਇਹ ਸਾਰੇ ਸਟੈਪ ਤਾਂ ਕਰਨੇ ਚਾਹੀਦੇ ਨੇ। ਪਰ ਇਹਦੇ ਨਾਲ ਹੁਣ ਕਿਸਾਨਾਂ ਦੇ ਜੇ ਆਪਾਂ ਇਹ ਸਬਸਿਡੀਆਂ ਖਤਮ ਕਰਨੇ ਆ, ਸੈਂਟਰ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਫਿਰ ਦੂਜੇ ਪਾਸੇ ਜਿਹੜਾ MSP ਹੈ ਉਹਨੂੰ ਵੀ ਵਧਾਉਣਾ ਚਾਹੀਦਾ ਹੈਗਾ। ਇਹ ਤਾਂ ਹੈ ਨਹੀਂਗਾ ਹੁਣ ਅੱਛਾ ਆਪਾਂ ਬਿਜਲੀ ਦਾ ਖਰਚਾ ਵਧਾਤਾ ਉਹਨਾਂ ਦਾ ਜਾਂ ਖਾਦ ਦਾ ਖਰਚਾ ਵਧਾਤਾ ਤੇ MSP ਆਪਾਂ ਉਹਨੇ ਹੀ ਰੱਖਿਆ, ਤਾਂ ਇਹ ਚੀਜ਼ ਤਾਂ ਗਲਤ ਹੋ ਜਾਊਗੀ। ਦੂਜੇ ਪਾਸੇ ਉਹੀ MSP ਵਧਾਉਣਾ ਚਾਹੀਦਾ। ਜਿਵੇਂ ਕਿ ਸਵਾਮੀਨਾਥਨ ਕਮਿਸ਼ਨ ਦਾ ਜਿਹੜਾ C2 ਫਾਰਮੂਲਾ ਬਹੁਤ ਟਾਈਮ ਦਾ ਰੌਲਾ ਪੈ ਰਿਹਾ ਪਰ ਉਹ ਨਹੀਂ ਵਧਾ ਰਹੇ। ਜੇ ਇੱਧਰੋਂ ਆਪਾਂ ਇਨਪੁਟ ਕਾਸਟ ਵਧਾ ਰਹੇ ਹਾਂ, ਖਾਦ ਦਾ ਖਰਚਾ ਵਧਾ ਰਹੇ ਹਾਂ, ਬੀਜਾਂ ਦਾ ਖਰਚਾ ਵਧਾ ਰਹੇ ਹਾਂ, ਬਿਜਲੀ ਦਾ ਖਰਚਾ ਵਧਾ ਰਹੇ ਹਾਂ, ਬਿਲਕੁਲ ਵਧਾ ਦਿੱਤਾ ਜਾਵੇ ਪਰ ਫਿਰ ਉਹਨਾਂ ਨੂੰ ਉਹ ਖਰਚਾ ਵੱਧ ਕੇ ਉਹ ਆਪਦੀ ਫਸਲ ਦੀ ਕੀਮਤ ਵੀ ਮਿਲੇ। ਜਿਵੇਂ ਕਿ ਹੁਣ 2018 'ਚ ਕਿਹਾ ਜਾ ਰਿਹਾ ਸੀ 1600 ਰੁਪਏ ਸੀ ਜਿਹੜਾ ਝੋਨੇ ਦਾ MSP ਅਨਾਊਂਸ ਹੋਇਆ ਸੀ। ਜੇ C2 ਫਾਰਮੂਲਾ ਲਾਇਆ ਜਾਂਦਾ ਤਾਂ ਉਹ 2300 ਰੁਪਏ ਬਣਨਾ ਸੀਗਾ। ਤਾਂ ਇਹ ਚੀਜ਼ ਸੈਂਟਰ ਸਰਕਾਰ ਨੂੰ ਕਰਨੀ ਚਾਹੀਦੀ ਹੈ। ਜੇ ਤੁਸੀਂ ਸਟੇਟ ਨੂੰ ਕਹਿ ਰਹੇ ਹੋ ਜੀ ਸਬਸਿਡੀ ਘਟਾਓ, ਬਿਲਕੁਲ ਘਟਾਓ, ਕੋਈ ਦਿੱਕਤ ਨਹੀਂ, ਉਹਦੇ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਊਗੀ। ਪਰ ਫਿਰ ਕਿਸਾਨਾਂ ਨੂੰ ਵੱਧ ਰੇਟ MSP ਅਨਾਊਂਸ ਕਰੋ ਤੇ ਉਹਦੀ ਜਿਵੇਂ ਡਿਮਾਂਡ ਹੋ ਰਹੀ ਹੈ ਅੱਜ ਕੱਲ੍ਹ ਫਾਰਮ ਪ੍ਰੋਟੈਸਟ ਦੇ ਵਿੱਚ ਵੀ ਗਰੰਟੀ ਹੋਵੇ, ਤਾਂ ਸਾਰੀਆਂ ਫਸਲਾਂ 'ਤੇ ਗਰੰਟੀ ਹੋਵੇ ਤੇ MSP ਹੈ ਜਿਹੜਾ ਵਧਾ ਕੇ ਦਿੱਤਾ ਜਾਵੇ। ਤਾਂ ਇਹ ਚੀਜ਼ ਹੈ, ਫਿਰ ਜਾ ਕੇ ਹੀ ਇਹ ਸਾਰਾ ਸਬਸਿਡੀਆਂ ਵਾਲਾ ਝੰਜਟ 'ਚੋਂ ਆਪਾਂ ਬਾਹਰ ਨਿਕਲ ਪਾਵਾਂਗੇ ਜੀ। ਸੋ ਅੱਜ ਲਈ ਅਰਸ਼ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਅਗਲੀ ਵਾਰੀ ਦਰਸ਼ਕੋ ਫੇਰ ਮਿਲਾਂਗਾ ਇੱਕ ਨਵੇਂ ਵਿਸ਼ੇ ਦੇ ਨਾਲ ਜਿਹੜਾ ਤੁਹਾਨੂੰ ਅਹਿਮ ਜਾਣਕਾਰੀ ਦੇਗਾ। ਜਿਹੜੇ ਮੁਸ਼ਕਲ ਟੌਪਿਕ ਨੇ, ਯਾਨੀ ਕਿ ਮੁਸ਼ਕਲ ਵਿਸ਼ੇ ਨੇ ਜਿਹੜੇ ਆਮ ਬੰਦੇ ਨੂੰ ਸਮਝ ਆਉਣ ਤੋਂ ਔਖੇ ਲੱਗਦਾ ਉਹਨੂੰ ਕਿ ਭਾਈ ਮੈਨੂੰ ਇਹ ਸਮਝ ਨਹੀਂ ਆਉਂਦੀ ਇਹ ਜਿਹੜੀ ਇਕੋਨਮੀ ਹੈ, ਸਬਸਿਡੀਆਂ ਦੀ ਗੇਮ ਕੀ ਹੈ, ਉਹਨਾਂ ਚੀਜ਼ਾਂ ਨੂੰ ਕੋਸ਼ਿਸ਼ ਕਰੀਦੀ ਹੈ ਕਿ ਸਧਾਰਨ ਸ਼ਬਦਾਂ ਦੇ ਵਿੱਚ ਤੁਹਾਡੇ ਤੱਕ ਪਹੁੰਚਾਈਏ ਤਾਂ ਕਿ ਹਰ ਚੀਜ਼ ਬਾਰੇ ਸਾਡੇ ਹਰ ਪੰਜਾਬੀ ਨੂੰ ਪਤਾ ਹੋਵੇ। ਅੱਜ ਲਈ ਬਹੁਤ ਬਹੁਤ ਧੰਨਵਾਦ ਜੀ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।